ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦਾ ਬਿਰਤਾਂਤ ਇਸ ਤਰ੍ਹਾਂ ਅੱਗੇ ਵਧਾਉਂਦੇ ਹਾਂ। ਜਗਨਨਾਥਪੁਰੀ ਤੋਂ ਚੱਲ ਕੇ ਗੁਰੂ ਜੀ ਕੁਝ ਦੂਰ ਇੱਕ ਨਗਰ ਦੇ ਬਾਹਰ ਬ੍ਰਿਛ ਹੇਠਾਂ ਜਾ ਬੈਠੇ। ਸੰਤ ਰੂਪ ਗੁਰੂ ਜੀ ਦਾ ਆਉਣਾ ਸੁਣ ਕੇ ਉੱਥੋਂ ਦਾ ਰਾਜਾ ਆਪ ਜੀ ਦੇ ਦਰਸ਼ਨ ਕਰਨ ਆਇਆ। ਉਸਨੇ ਬੇਨਤੀ ਕੀਤੀ, ਮਹਾਰਾਜ, ਮੈਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਵੋ, ਜਿਸ ਨਾਲ ਮੇਰਾ ਜਨਮ ਸਫਲਾ ਹੋ ਜਾਵੇ। ਗੁਰੂ ਜੀ ਨੇ ਕਿਹਾ, ਇਹ ਮਨੁੱਖਾ ਜਨਮ ਅਮੋਲਕ ਹੈ, ਇਸ ਨੂੰ ਕੌਡੀਆਂ ਦੇ ਭਾਅ ਨਹੀਂ ਗਵਾਉਣਾ ਚਾਹੀਦਾ। ਧਰਮਸ਼ਾਲਾ ਬਣਾਓ, ਸਤਸੰਗ ਕਰਿਆ ਕਰੋ, ਵਿਕਾਰਾਂ ਨੂੰ ਮਨ ਤੋਂ ਦੂਰ ਕਰੋ, ਸ਼ੁੱਧ ਹਿਰਦੇ ਨਾਲ ਨਾਮ ਜਪਿਆ ਕਰੋ। ਉਸ ਤੋਂ ਉਪਰੰਤ ਗੁਰੂ ਜੀ ਨੇ ਆਪਣੀ ਚਰਨ ਪਹੁਲ ਦੇ ਕੇ ਰਾਜੇ ਨੂੰ ਸਿੱਖੀ ਦਾ ਦਾਨ ਬਖਸ਼ਿਆ। ਉੱਥੋਂ ਚੱਲ ਕੇ ਗੁਰੂ ਜੀ ਪਿੱਛੇ ਪੰਜਾਬ ਵੱਲ ਨੂੰ ਚੱਲ ਪਏ। ਕੁਝ ਦਿਨਾਂ ਉਪਰੰਤ ਆਪ ਜੀ ਕਟਕ ਸ਼ਹਿਰ ਪਹੁੰਚ ਕੇ ਇੱਕ ਭੈਰੋਂ ਦੇ ਮੰਦਰ ਪਾਸ ਆਣ ਬੈਠੇ। ਪੁਜਾਰੀ ਨੇ ਆਪਣੀ ਸ਼ਕਤੀ ਦੱਸਣ ਵਾਸਤੇ ਗੁਰੂ ਜੀ ਦੇ ਪਾਸ ਅੱਗ ਦਾ ਮੀਂਹ ਵਰਸਾਇਆ, ਪਰ ਜਦ ਆਪ ਜੀ ਅਡੋਲ ਬੈਠੇ ਰਹੇ ਤਾਂ ਪੁਜਾਰੀ ਨੇ ਆਪ ਜੀ ਨੂੰ ਸ਼ਕਤੀਵਾਨ ਸਮਝ ਕੇ ਆਪਣੀ ਭੁੱਲ ਦੀ ਮਾफ़ੀ ਮੰਗੀ। ਗੁਰੂ ਜੀ ਨੇ ਕਿਹਾ ਕਿ ਨਾਟਕ ਚੇਟਕ ਵਿਖਾ ਕੇ ਲੋਕਾਂ ਤੋਂ ਪੂਜਾ ਕਰਾਉਣੀ ਠੀਕ ਨਹੀਂ ਹੈ। ਨਾਮ ਸਿਮਰਨ ਦਾ ਅਭਿਆਸ ਕਰਕੇ ਆਪਣਾ ਜੀਵਨ ਸਫਲ ਕਰੋ, ਇਹ ਸੱਚਾ ਮਾਰਗ ਹੈ। ਇੱਥੇ ਗੁਰੂ ਜੀ ਨੇ ਜਿਹੜੀ ਆਪਣੀ ਦਾਤਣ ਕਰਕੇ ਗੱਡ ਦਿੱਤੀ ਸੀ, ਉਹ ਬ੍ਰਿਛ ਦੇ ਰੂਪ ਵਿੱਚ ਸਬਾਇਮਾਨ ਹੈ। ਕਟਕ ਤੋਂ ਚੱਲ ਕੇ ਰਸਤੇ ਵਿੱਚ ਕਈ ਪ੍ਰਾਣੀਆਂ ਨੂੰ ਨਾਮਦਾਨ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਆਗਰੇ ਪਹੁੰਚ ਗਏ। ਇੱਥੇ ਇੱਕ ਮਾਈ ਜੱਸੀ ਸ਼੍ਰੀ ਰਾਮਚੰਦਰ ਦੀ ਮੂਰਤੀ ਦੀ ਪੂਜਾ ਕਰਦੀ ਸੀ ਅਤੇ ਉਸ ਅੱਗੇ ਵੀਣਾ ਵਜਾ ਕੇ ਭਜਨ ਗਾਉਂਦੀ ਸੀ। ਮਾਈ ਸਾਧੂ ਸੰਤਾਂ ਦੀ ਸਤਸੰਗਨ ਸੀ। ਇਸ ਨੇ ਗੁਰੂ ਜੀ ਨੂੰ ਕੁਝ ਦਿਨ ਆਪਣੇ ਘਰ ਰੱਖ ਕੇ ਬੜੇ ਪ੍ਰੇਮ ਨਾਲ ਸੇਵਾ ਕੀਤੀ ਅਤੇ ਗੁਰੂ ਜੀ ਤੋਂ ਉਪਦੇਸ਼ ਲੈ ਕੇ ਮੂਰਤੀ ਪੂਜਾ ਛੱਡ ਕੇ ਨਾਮ ਸਿਮਰਨ ਵਿੱਚ ਜੁੜ ਗਈ। ਇਸ ਯਾਦ ਵਿੱਚ ਇੱਥੇ ਮਾਈ ਦੇ ਘਰ ਵਾਲੀ ਥਾਂ 'ਤੇ ਗੁਰੂਦੁਆਰਾ ਸਾਹਿਬ ਮਾਈ ਬਾਣ ਬਣਿਆ ਹੋਇਆ ਹੈ। ਆਗਰੇ ਤੋਂ ਚੱਲ ਕੇ ਗੁਰੂ ਜੀ ਰੋਹੇਲਖੰਡ ਬਰੇਲੀ ਦੇ ਬਦਾਯੂ ਦੇ ਇਲਾਕੇ ਵਿੱਚ ਇੱਕ ਆਪਣੇ ਸਿੱਖ ਭਾਈ ਹਰਾ ਦੀ ਰੋਹੇਲੇ ਸਰਦਾਰਾਂ ਦੀ ਕੈਦ ਵਿੱਚੋਂ ਬੰਦ ਖਲਾਸ ਕਰਾਉਣ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਰੋਹੇਲੇ ਸਰਦਾਰ ਨੇ ਭਾਈ ਹਰੇ ਸਹਿਤ ਸਾਰੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਅਤੇ ਅੱਗੇ ਤੋਂ ਗੁਲਾਮ ਖਰੀਦਣ ਅਤੇ ਵੇਚਣ ਦਾ ਕੰਮ ਛੱਡ ਦਿੱਤਾ। ਰੋਹੇਲਖੰਡ ਦੇ ਇਲਾਕੇ ਤੋਂ ਗੁਰੂ ਜੀ ਕਈ ਨਗਰ ਤੇ ਸ਼ਹਿਰਾਂ ਵਿੱਚੋਂ ਪ੍ਰਾਣੀਆਂ ਦਾ ਉਧਾਰ ਕਰਦੇ ਹੋਏ ਮਰਦਾਨੇ ਸਹਿਤ ਸੁਲਤਾਨਪੁਰ ਲੋਧੀ ਆਪਣੀ ਭੈਣ ਬੀਬੀ ਜੀ ਪਾਸ ਪਹੁੰਚ ਗਏ। ਸਾਹਿਬਜ਼ਾਦੇ ਸ਼੍ਰੀ ਚੰਦ ਅਤੇ ਲਖਮੀ ਦਾਸ ਦੇ ਮਹਿਲ ਸ਼੍ਰੀ ਸੁਲੱਖਣੀ ਜੀ ਨੂੰ ਆਪ ਜੀ ਦੇ ਦਰਸ਼ਨ ਪਰਸ ਕੇ ਬਹੁਤ ਖੁਸ਼ੀਆਂ ਹੋਈਆਂ। ਕੁਝ ਦਿਨ ਤਲਵੰਡੀ ਵਿਸ਼ਰਾਮ ਕਰਕੇ ਗੁਰੂ ਜੀ ਇੱਥੋਂ ਚੱਲ ਕੇ ਦੂਸਰੀ ਵਾਰ ਸ਼ੇਖ ਬ੍ਰਹਮ ਨੂੰ ਮਿਲਣ ਵਾਸਤੇ ਪਾਕਪਟਨ ਤੋਂ ਪੱਛਮ ਦਿਸ਼ਾ ਤੋਂ ਕੁਝ ਦੂਰ ਬਾਹਰ ਹੀ ਬੈਠ ਗਏ। ਸ਼ੇਖ ਗੁਰੂ ਜੀ ਨੂੰ ਮਿਲਣ ਵਾਸਤੇ ਉਹਨਾਂ ਪਾਸ ਗਿਆ ਅਤੇ ਮਿਲ ਕੇ ਗੁਰੂ ਜੀ ਨਾਲ ਗਿਆਨ ਚਰਚਾ ਕਰਕੇ ਬੜਾ ਪ੍ਰਸੰਨ ਹੋਇਆ। ਗੁਰੂ ਜੀ ਨੇ ਇਸ ਚਰਚਾ ਸਮੇਂ ਆਸਾ ਦੀ ਵਾਰ ਦੀਆਂ ਪਹਿਲੀਆਂ 9 ਪੌੜੀਆਂ ਦਾ ਉਚਾਰਨ ਕੀਤਾ। ਇਸ ਸਥਾਨ 'ਤੇ ਗੁਰਦੁਆਰਾ ਨਾਨਕਸਰ ਵਿਦਮਾਨ ਹੈ। ਪਾਕਪਟਨ ਤੋਂ ਚੱਲ ਕੇ ਗੁਰੂ ਜੀ ਦੀਪਾਲਪੁਰ ਸ਼ਹਿਰ ਤੋਂ ਬਾਹਰ ਇੱਕ ਕੁਟੀਆ ਵੇਖ ਕੇ ਉਸ ਪਾਸ ਜਾ ਬੈਠੇ। ਉਸ ਝੁੱਗੀ ਵਿੱਚ ਇੱਕ ਕੌੜੀ ਰਹਿੰਦਾ ਸੀ ਜੋ ਉਸ ਦੇ ਸੰਬੰਧੀਆਂ ਨੇ ਬਣਾ ਕੇ ਦਿੱਤੀ ਹੋਈ ਸੀ। ਗੁਰੂ ਜੀ ਨੇ ਦੇਖ ਕੇ ਉਸ ਕੋੜੀ ਨੂੰ ਕਿਹਾ ਕਿ ਸੰਤ ਜੀ, ਮੈਨੂੰ ਕੋੜ ਰੋਗ ਹੈ, ਆਪ ਮੇਰੇ ਤੋਂ ਦੂਰ ਰਹੋ। ਗੁਰੂ ਜੀ ਦੀ ਝੁੱਗੀ ਦੇ ਪਾਸ ਇੱਕ ਪਿੱਪਲ ਹੇਠਾਂ ਡੇਰਾ ਕਰਕੇ ਬੈਠ ਗਏ। ਦੂਸਰੇ ਦਿਨ ਆਪ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਸ ਦਾ ਰੋਗ ਦੂਰ ਕਰ ਦਿੱਤਾ ਅਤੇ ਸਤਨਾਮ ਦੇ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਤੁਰ ਪਏ। ਇਸ ਅਸਥਾਨ 'ਤੇ ਆਪ ਜੀ ਦੇ ਚਰਨ ਪੈਣ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਦੀਪਾਲਪੁਰ ਤੋਂ ਚੱਲ ਕੇ ਗੁਰੂ ਜੀ ਦੀ
ਕਸੂਰ ਦੇ ਰਸਤੇ ਪੱਟੀ ਆਏ ਅਤੇ ਪੱਟੀ ਤੋਂ ਆਪਣੇ ਪਿੰਡ, ਜਿਸ ਦਾ ਨਾਮ ਤਦੋਂ ਪੱਠੇ ਪਿੰਡ ਸੀ ਅਤੇ ਹੁਣ ਡੇਰਾ ਸਾਹਿਬ ਹੈ, ਆਣ ਬਰਾਜੇ ਉੱਥੇ। ਇੱਥੇ ਪਿੰਡ ਤੋਂ ਬਾਹਰ ਹੀ ਇੱਕ ਰਾਤ ਕੱਟ ਕੇ ਆਪ ਜੀ ਬਿਆਸਾ ਪਾਰ ਕਰਕੇ ਸੁਲਤਾਨਪੁਰ ਚਲੇ ਗਏ। ਕੁਝ ਦਿਨ ਆਪਣੇ ਪਰਿਵਾਰ ਪਾਸ ਸੁਲਤਾਨਪੁਰ ਵਿਸ਼ਰਾਮ ਕਰਕੇ ਆਪ ਜੀ ਇੱਕ ਹੋਰ ਪ੍ਰਸਿੱਧ ਮਹਾਂਪੁਰਖ ਨੂੰ ਮਿਲਣ ਵਾਸਤੇ ਕੀਰਤਪੁਰ ਨੂੰ ਚਲੇ ਗਏ। ਸਤਲੁਜ ਨਦੀ ਨੂੰ ਪਾਰ ਕਰਕੇ ਸਾਈਂ ਬੁੱਢਣ ਸ਼ਾਹ ਪਾਸ ਉਸ ਦੇ ਪਹਾੜੀ ਮੁਕਾਮ ਉੱਤੇ ਪਹੁੰਚ ਗਏ। ਸਾਈਂ ਇੱਕ ਵਡੇਰੀ ਉਮਰ ਦਾ ਪ੍ਰਸਿੱਧ ਸ਼ਕਤੀਵਾਨ ਫਕੀਰ ਸੀ। ਇਸ ਪਾਸ ਸ਼ੇਰ ਅਤੇ ਬੱਕਰੀਆਂ ਇਕੱਠੇ ਹੀ ਰਹਿੰਦੇ ਸਨ। ਬੁੱਢਣ ਸ਼ਾਹ ਨੇ ਗੁਰੂ ਜੀ ਨੂੰ ਕਿਹਾ ਕਿ ਦੁਨੀਆ ਵਿੱਚ ਫਿਰ ਕੇ ਰੱਬ ਦੀ ਬੰਦਗੀ ਨਹੀਂ ਹੋ ਸਕਦੀ, ਜਿਸ ਕਰਕੇ ਮੈਂ ਇਸ ਪਹਾੜੀ ਉੱਤੇ ਇਕਾਂਤਵਾਸ ਕਰਕੇ ਰੱਬ ਦੀ ਬੰਦਗੀ ਵਿੱਚ ਰਹਿੰਦਾ ਹਾਂ। ਗੁਰੂ ਜੀ ਨੇ ਕਿਹਾ, ਸਾਈਂ ਜੀ, ਸਭ ਤੋਂ ਵੱਡਾ ਇਕਾਂਤ ਇਹ ਹੈ ਕਿ ਪੁਰਸ਼ ਇੱਕ ਮਨ ਹੋ ਕੇ ਸਤਸੰਗ ਕਰੇ ਅਤੇ ਸਤਸੰਗ ਵਿੱਚੋਂ ਰੱਬ ਦੇ ਪਿਆਰ ਵਾਲੇ ਸ਼੍ਰੇਸ਼ਟ ਉਪਦੇਸ਼ ਰੂਪੀ ਮੋਤੀ ਚੁੱਗ ਕੇ ਆਪਣਾ ਜੀਵਨ ਉੱਚਾ ਕਰੇ। ਬੁੱਢਣ ਸ਼ਾਹ ਨੇ ਬੇਨਤੀ ਕੀਤੀ ਕਿ ਆਪ ਮੇਰੇ ਪਾਸ ਸਦਾ ਹੀ ਟਿਕੇ ਰਹੋ, ਮੈਂ ਤੁਹਾਡੀ ਸੰਗਤ ਕਰਦਾ ਰਹਾਂਗਾ। ਗੁਰੂ ਜੀ ਨੇ ਕਿਹਾ, ਸਰੀਰ ਕਰਕੇ ਸੰਗਤ ਸਦਾ ਥਿਰ ਨਹੀਂ ਰਹਿੰਦੀ। ਤੁਸੀਂ ਸਾਡਾ ਉਪਦੇਸ਼ ਨਾਮ ਸਿਮਰਨ ਸਦਾ ਹੀ ਆਪਣੇ ਪਾਸ ਰੱਖੋ। ਆਪ ਜੀ ਦੇ ਇਹ ਬਚਨ ਸੁਣ ਕੇ ਬੁੱਢਣ ਸ਼ਾਹ ਬਹੁਤ ਪ੍ਰਸੰਨ ਹੋਇਆ। ਆਪ ਜੀ ਨੇ ਇਸ ਯਾਦ ਵਿੱਚ ਇੱਥੇ ਗੁਰਦੁਆਰਾ ਚਰਨ ਕਮਲ ਕਰਕੇ ਪ੍ਰਸਿੱਧ ਹੈ। ਇਸ ਸਥਾਨ ਦੇ ਉੱਤਰ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਪਾਸੋਂ ਇੱਕ ਪਿੰਡ ਵਸਾਇਆ ਸੀ ਅਤੇ ਨਾਮ ਕੀਰਤਪੁਰ ਰੱਖਿਆ। ਸਾਈਂ ਬੁੱਢਣ ਸ਼ਾਹ ਪਾਸੋਂ ਵਿਦਾ ਹੋ ਕੇ ਗੁਰੂ ਜੀ ਸੁਲਤਾਨਪੁਰ, ਵੈਰੋਵਾਲ, ਜਲਾਲਾਬਾਦ, ਕੀੜੀਆਂ, ਪਠਾਨਾਂ ਤੋਂ ਹੁੰਦੇ ਹੋਏ ਸੈਦਪੁਰ ਭਾਈ ਲਾਲੋ ਪਾਸ ਪਹੁੰਚ ਗਏ। ਭਾਈ ਲਾਲੋ ਪਾਸ ਕੁਝ ਦਿਨ ਵਿਸ਼ਰਾਮ ਕਰਕੇ ਆਪ ਜੀ ਪਸਰੂਰ ਦੇ ਰਸਤੇ ਸਿਆਲਕੋਟ ਸ਼ਹਿਰ ਆ ਗਏ ਅਤੇ ਸ਼ਹਿਰ ਤੋਂ ਬਾਹਰ ਇੱਕ ਬੇਰੀ ਦੇ ਬ੍ਰਿਛ ਹੇਠਾਂ ਬਿਰਾਜ ਹੋ ਗਏ। ਇਸ ਸਥਾਨ ਤੇ ਪਾਸ ਹੀ ਇੱਕ ਫਕੀਰ, ਜਿਸ ਦਾ ਨਾਮ ਹਮਜ਼ਾ ਗੌਸ ਸੀ, ਇੱਕ ਮਕਬਰੇ ਦੇ ਹਜੂਰ ਵਿੱਚ ਬੈਠਾ ਹੋਇਆ ਸੀ। ਉਹ ਕਹਿੰਦਾ ਸੀ ਕਿ ਸ਼ਹਿਰ ਝੂਠਿਆਂ ਦਾ ਹੈ ਅਤੇ ਮੈਂ ਇਸ ਨੂੰ ਸ਼ਰਾਬ ਨਾਲ ਤਬਾਹ ਕਰ ਦੇਣਾ ਹੈ। ਗੱਲ ਇਹ ਸੀ ਕਿ ਇੱਥੇ ਖੱਤਰੀ ਦੇ ਘਰ ਸੰਤਾਨ ਨਹੀਂ ਸੀ ਹੁੰਦੀ। ਉਸ ਨੇ ਹਮਜ਼ਾ ਗੌਸ ਦੇ ਸੁਖਣਾ ਸੁਖੀ ਕਿ ਜੇਕਰ ਮੇਰੇ ਘਰ ਸੰਤਾਨ ਹੋਵੇ ਤਾਂ ਪਹਿਲਾ ਲੜਕਾ ਮੈਂ ਹਮਜ਼ਾ ਗੌਸ ਨੂੰ ਦੇ ਦੇਵਾਂਗਾ। ਪਰ ਜਦ ਉਸ ਦੇ ਘਰ ਲੜਕਾ ਪੈਦਾ ਹੋ ਗਿਆ ਤਾਂ ਹਮਜ਼ਾ ਗੌਸ ਦੇ ਮੰਗਣ ਉੱਤੇ ਵੀ ਉਸ ਖੱਤਰੀ ਨੇ ਲੜਕਾ ਨਾ ਦਿੱਤਾ, ਜਿਸ ਕਰਕੇ ਹਮਜ਼ਾ ਗੌਸ ਕ੍ਰੋਧ ਨਾਲ ਸ਼ਹਿਰ ਨੂੰ ਗਰਕ ਕਰਨ ਵਾਸਤੇ ਚਿੱਲੇ ਬੈਠਾ ਹੋਇਆ ਸੀ। ਇਸ ਗੱਲ ਦਾ ਪਤਾ ਲੱਗਣ ਕਰਕੇ ਗੁਰੂ ਜੀ ਹਮਜ਼ਾ ਗੌਸ ਨੂੰ ਮਿਲਣ ਵਾਸਤੇ ਉਸ ਦੇ ਮਕਬਰੇ ਪਾਸ ਗਏ, ਪਰ ਉਸ ਦੇ ਮੁਰੀਦਾਂ ਨੇ ਕਿਹਾ ਕਿ ਪੀਰ ਜੀ ਦਾ ਹੁਕਮ ਹੈ ਕਿ ਜਦ ਤੱਕ ਇਹ ਸ਼ਹਿਰ ਗਰਕ ਨਹੀਂ ਹੋ ਜਾਏਗਾ ਤਦ ਤੱਕ ਅਸੀਂ ਨਾ ਸੂਰਜ ਵੇਖਣਾ ਹੈ ਅਤੇ ਨਾ ਕਿਸੇ ਇਸਤਰੀ ਪੁਰਸ਼ ਦੇ ਮੱਥੇ ਲੱਗਣਾ ਹੈ। ਇਹ ਸ਼ਹਿਰ ਝੂਠਿਆਂ ਦਾ ਗਰਕ ਹੋਣ ਦੇ ਯੋਗ ਹੈ। ਗੁਰੂ ਜੀ ਇਹ ਬਚਨ ਕਰਕੇ ਆਪਣੇ ਟਿਕਾਣੇ ਬੇਰੀ ਹੇਠਾਂ ਵਾਪਸ ਆ ਗਏ ਕਿ ਅੱਜ ਦੁਪਹਿਰ ਨੂੰ ਹੀ ਪੀਰ ਜੀ ਸੂਰਜ ਵੇਖ ਲੈਣਗੇ ਤੇ ਉਹਨਾਂ ਦਾ ਪ੍ਰਣ ਵੀ ਟੁੱਟ ਜਾਏਗਾ। ਉਪਰੰਤ ਜਦ ਦੁਪਹਿਰ ਦਾ ਸੂਰਜ ਸਿਖਰ ਤੇ ਆਇਆ ਤਾਂ ਪੀਰ ਦੇ ਮੱਠ ਦਾ ਗੁੰਬਜ ਤਿੜ ਤਿੜ ਕਰਕੇ ਖਰਬੂਜੇ ਦੀ ਫਾੜੀ ਵਾਂਗੂ ਉੱਤੋਂ ਤੋਂ ਹੇਠਾਂ ਤੱਕ ਤਰੇੜਿਆ ਗਿਆ ਅਤੇ ਸੂਰਜ ਦੀਆਂ ਕਿਰਨਾਂ ਪੀਰ ਦੇ ਉੱਤੇ ਜਾ ਪਈਆਂ। ਜਦ ਪੀਰ ਨੇ ਵੇਖਿਆ ਕਿ ਗੁੰਬਦ ਫਟ ਗਿਆ ਹੈ ਤਾਂ ਉਹ ਸ਼ੀਘਰ ਹੀ ਦਰਵਾਜ਼ੇ ਖੋਲ੍ਹ ਕੇ ਬਾਹਰ ਆਇਆ। ਗੁਰੂ ਜੀ ਦੇ ਬਚਨ ਕਰਨ ਨਾਲ ਆਪਣਾ ਪ੍ਰਣ ਟੁੱਟਾ ਵੇਖ ਕੇ ਪੀਰ ਸ਼ੀਘਰ ਹੀ ਗੁਰੂ ਜੀ ਪਾਸ ਆ ਗਿਆ। ਗੁਰੂ ਜੀ ਨੇ ਕਿਹਾ, ਪੀਰ ਜੀ, ਇੱਕ ਗੁਨਾਹੀ ਦੇ ਬਦਲੇ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ ਠੀਕ ਨਹੀਂ ਹੈ। ਦਰਵੇਸ਼ਾਂ ਨੂੰ ਕਹਿਰ ਕਰਨਾ ਚੰਗਾ ਨਹੀਂ ਹੁੰਦਾ, ਸਭ ਨੂੰ ਮਿਹਰ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ। ਗੁਰੂ ਜੀ ਨੇ ਸ਼ਾਂਤਮਈ ਬਚਨ ਸੁਣ ਕੇ ਪੀਰ ਨੇ ਆਪਣੀ ਭੁੱਲ ਮੰਨ ਲਈ ਅਤੇ ਅੱਗੇ ਤੋਂ ਸਭ ਦੀ ਭਲਾਈ ਦਾ ਪ੍ਰਣ ਕੀਤਾ।
ਇਸ ਅਸਥਾਨ 'ਤੇ ਗੁਰੂ ਜੀ ਦਾ ਗੁਰਦੁਆਰਾ ਬੇਰ ਸਾਹਿਬ ਪ੍ਰਸਿੱਧ ਹੈ, ਜਿੱਥੇ ਬੈਠ ਕੇ ਗੁਰੂ ਜੀ ਨੇ ਹਮਜ਼ਾ ਗੌਸ ਨੂੰ ਉਪਦੇਸ਼ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।